ਸਾਰਿਆਂ ਦਾ ਮੇਰੀ ਵੀਡੀਓ ਦੇ ਵਿੱਚ ਸਵਾਗਤ ਹੈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਸਰਫੇਸ ਕੈਮਿਸਟਰੀ ਦੇ ਕੁਐਸਚਨਸ। ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਕੋਰਡਿੰਗ ਟੂ ਦ ਸੈਂਪਲ ਪੇਪਰ ਐਂਡ ਦ ਸਕੀਮੈਟਿਕ ਡਿਸਟਰੀਬਿਊਸ਼ਨ ਆਫ ਮਾਰਕਸ ਵੀ ਹੈਵ 5 ਮਾਰਕਸ ਕੰਪਰੀਹੈਂਸ਼ਨ ਫਰੋਮ ਦਿਸ ਚੈਪਟਰ। ਸਿਰਫ ਇਹੀ ਚੈਪਟਰ ਦੇ ਵਿੱਚੋਂ ਆਪਾਂ ਨੂੰ ਜਿਹੜਾ ਕੰਪਰੀਹੈਂਸ਼ਨ ਹੈਗਾ ਉਹ ਆਉਣਾ ਹੈ। ਅਤੇ ਕੰਪਰੀਹੈਂਸ਼ਨ ਸਿੰਪਲ ਹੋ ਸਕਦਾ ਹੈ, ਠੀਕ ਹੈ। ਜੇ ਆਪਾਂ ਗੈਸ ਦੇ ਅਕੋਰਡਿੰਗ ਚੱਲੀਏ ਤਾਂ ਕੰਪਰੀਹੈਂਸ਼ਨ ਸਿੰਪਲ ਹੀ ਹੋਏਗਾ, ਤੁਹਾਨੂੰ ਆਈਡੀਆ ਮਿਲ ਜਾਏਗਾ ਕੰਪਰੀਹੈਂਸ਼ਨ ਤੋਂ। ਇਹ ਵੀ ਨਹੀਂ ਆ ਕਿ ਟੋਟਲੀ ਆਨਸਰ ਕੰਪਰੀਹੈਂਸ਼ਨ ਦੇ ਬੇਸਡ ਹੀ ਹੋਣਗੇ, ਕਈ ਵਾਰ ਆਪਾਂ ਨੂੰ ਖੁਦ ਵੀ ਆਨਸਰ ਦੇਣੇ ਪੈ ਸਕਦੇ ਨੇ। ਇਸ ਲਈ ਚੈਪਟਰ ਦੀ ਥੋਰੋ ਰਿਵੀਜ਼ਨ ਹੋਣੀ ਜ਼ਰੂਰੀ ਹੈ ਅਤੇ ਚੈਪਟਰ ਦੇ ਬਾਰੇ ਬਿਲਕੁਲ ਨੌਲੇਜ ਹੋਣੀ ਵੀ ਜ਼ਰੂਰੀ ਹੈ। ਤਾਂ ਆਪਾਂ ਸ਼ੁਰੂ ਕਰ ਦਿੰਦੇ ਹਾਂ, ਬਟ ਇਨ ਕੇਸ ਜੇ ਔਖਾ ਆ ਗਿਆ ਤਾਂ ਵੀ ਉਸ ਦੇ ਲਈ ਵੀ ਆਪਾਂ ਨੂੰ ਤਿਆਰੀ ਕਰਨੀ ਪਏਗੀ। ਚਲੋ ਸਟਾਰਟ ਕਰਦੇ ਹਾਂ ਮਾਈਂਡ ਮੈਪ ਤੋਂ। ਐਡਜ਼ੋਰਪਸ਼ਨ ਕਾਹਦਾ ਫਿਨੋਮੀਨਨ ਹੁੰਦਾ ਹੈ? The phenomenon of attracting the and retaining the molecules of a substance on the surface of a solid or liquid is called absorption। ठीक है, कोई भी substance है ਉਹਦੇ surface ਦੇ ਉੱਤੇ ਜਦੋਂ ਕੋਈ ਵੀ ਜਿਹੜਾ substance ਹੈ ਉਹ ਕਿਆ ਹੋ ਜਾਂਦਾ, ਅਟਰੈਕਟ ਹੁੰਦਾ ਹੈ ਜਾਂ ਫਿਰ ਰਿਟੇਨ ਹੁੰਦਾ ਹੈ। ਠੀਕ ਹੈ, the phenomenon of attracting or retaining the molecules of a substance on the surface of solid ਦੇ ਉੱਪਰ ਜਾਂ ਫਿਰ liquid ਦੇ ਉੱਪਰ, ਉਸਨੂੰ ਆਪਾਂ ਨੇਮ ਕਰਦੇ ਹਾਂ ਐਡਜ਼ੋਰਪਸ਼ਨ। ਠੀਕ ਹੈ, ਉਸ ਤੋਂ ਬਾਅਦ ਹੋਰ ਆਪਣੇ ਕੋਲ ਕੁਝ ਡੈਫੀਨੇਸ਼ਨਸ ਨੇ, ਜਿਵੇਂ ਟਰੂ ਸੋਲਿਊਸ਼ਨ ਕੀ ਹੁੰਦਾ ਹੈ? ਦ ਸਾਈਜ਼ ਆਫ ਦ ਸੋਲਿਊਟ ਪਾਰਟੀਕਲਸ ਇਜ਼ ਲੈਸ ਦੈਨ 1 ਨੈਨੋਮੀਟਰ। ਜਦੋਂ ਸਾਈਜ਼ ਆਫ ਦ ਪਾਰਟੀਕਲਸ ਇਜ਼ ਲੈਸ ਦੈਨ 1 ਨੈਨੋਮੀਟਰ ਦੈਨ ਜਿਹੜਾ ਸੋਲਿਊਸ਼ਨ ਹੁੰਦਾ ਟਰੂ ਸੋਲਿਊਸ਼ਨ ਹੁੰਦਾ। ਟਰੂ ਸੋਲਿਊਸ਼ਨ ਟਰਾਂਸਪੇਰੈਂਟ ਹੁੰਦਾ ਤਾਂ ਹੋਮੋਜੀਨੀਅਸ ਹੁੰਦਾ ਨੇਚਰ ਦੇ ਵਿੱਚ, ਇਹ ਤਾਂ ਆਪਾਂ ਨੂੰ ਪਤਾ ਹੀ ਹੈ। ਹੁਣ ਇਹਦੇ ਐਗਜ਼ਾਮਪਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਜਿਵੇਂ ਸੋਲਿਊਸ਼ਨ ਆਪਾਂ ਕਹਿ ਸਕਦੇ ਹਾਂ ਵਾਟਰ ਅਤੇ ਸ਼ੂਗਰ ਦੇ ਮਿਕਸਚਰ ਨੂੰ। ਠੀਕ ਹੈ, ਜਿਵੇਂ ਵਾਟਰ ਹੈ, ਜੇ ਆਪਾਂ ਉਹਦੇ ਵਿੱਚ ਸ਼ੂਗਰ ਪਾਈ ਹੈ ਐਂਡ ਉਹਨੂੰ ਆਪਾਂ ਹੀਟ ਕਰ ਦਈਏ ਤਾਂ ਉਹ ਡਿਜ਼ੋਲਵ ਹੋ ਜਾਏਗੀ, ਤਾਂ ਇਟ ਇਜ਼ ਅ ਟਰੂ ਸੋਲਿਊਸ਼ਨ। ਠੀਕ ਹੈ, ਜਿਹੜਾ ਕਿ ਹੋਮੋਜੀਨੀਅਸ ਹੁੰਦਾ ਨੇਚਰ ਦੇ ਵਿੱਚ, ਹੋਮੋਜੀਨੀਅਸ ਯਾਨੀ ਕਿ ਕੰਪਲੀਟਲੀ ਮਿਕਸਡ ਹੁੰਦਾ ਹੈ। ਅਤੇ ਫਿਰ ਆ ਗਿਆ ਕੋਲਾਈਡਲ ਸੋਲਿਊਸ਼ਨ। ਦ ਸਾਈਜ਼ ਆਫ ਦ ਡਿਸਪਰਸਡ ਫੇਸ ਇਜ਼ 1 to 1000 ਐਂਡ ਇਟ ਇਜ਼ ਨੈਨੋਮੀਟਰ ਐਂਡ ਇਟ ਇਜ਼ ਟਰਾਂਸਲੂਸੈਂਟ। ਹੁਣ ਡਿਸਪਰਸਡ ਫੇਸ ਕਿਹੜਾ ਹੁੰਦਾ? ਜਿਹੜਾ ਆਪਾਂ ਵਿੱਚ ਪਾਇਆ। ਠੀਕ ਹੈ, ਯਾਨੀ ਕਿ ਜਿਹੜਾ ਸੋਲਿਊਟ ਹੈ। ਔਰ ਸੋਲਵੈਂਟ ਨੂੰ ਕੀ ਕਹਿ ਦਿੰਦੇ ਨੇ? ਡਿਸਪਰਜਨ ਮੀਡੀਅਮ। ਠੀਕ ਹੈ, ਇਨ ਦ ਕੇਸ ਆਫ ਕੋਲਾਈਡਲ ਸੋਲਿਊਸ਼ਨ ਤਾਂ ਇਹਦਾ ਸਾਈਜ਼ ਹੁੰਦਾ 1 to 1000 ਨੈਨੋਮੀਟਰ, ਜਿਵੇਂ ਸੈਂਡ ਇਨ ਵਾਟਰ ਹੋ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਸਸਪੈਂਸ਼ਨ ਸੋਲਿਊਸ਼ਨ। ਇਟ ਇਜ਼ ਅਨਸਟੇਬਲ ਪਾਰਟੀਕਲ ਸਾਈਜ਼ ਮੋਰ ਦੈਨ 1000 ਨੈਨੋਮੀਟਰ, ਫਿਲਟਰੇਸ਼ਨ ਬਾਈ ਆਰਡੀਨਰੀ ਫਿਲਟਰ ਪੇਪਰ ਪੋਸੀਬਲ। ਨਹੀਂ, ਇੱਥੇ ਵੇਟ ਇੱਥੇ ਜਿਹੜਾ ਕੋਲਾਈਡਲ ਸੋਲਿਊਸ਼ਨ ਹੈ ਨਾ, ਇਸ ਦਾ ਐਗਜ਼ਾਮਪਲ ਸੌਲਟ ਇਨ ਵਾਟਰ ਜਾਂ ਫਿਰ ਸੈਂਡ ਇਨ ਵਾਟਰ ਨਹੀਂ ਹੋਏਗਾ। ਇਸ ਦਾ ਐਗਜ਼ਾਮਪਲ ਹੋਏਗਾ ਮਿਲਕ ਜਾਂ ਫਿਰ ਬਲੱਡ। ਕਿਆ ਐਗਜ਼ਾਮਪਲ ਹੋਏਗਾ? ਮਿਲਕ ਜਾਂ ਫਿਰ ਬਲੱਡ। ਠੀਕ ਹੈ, ਔਰ ਇਸ ਚੈਪਟਰ ਦੇ ਵਿੱਚ ਆਪਾਂ ਮੇਨਲੀ ਕੋਲਾਈਡਸ ਦੇ ਬਾਰੇ ਹੀ ਸਟੱਡੀ ਕਰਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਹੈ ਸਸਪੈਂਸ਼ਨ ਸੋਲਿਊਸ਼ਨ। ਇਹਦੇ ਵਿੱਚ ਫਿਲਟਰੇਸ਼ਨ ਪੋਸੀਬਲ ਹੁੰਦੀ ਹੈ ਅਤੇ ਇਹਦਾ ਐਗਜ਼ਾਮਪਲ ਆਪਾਂ ਦੇ ਸਕਦੇ ਹਾਂ ਸੈਂਡ ਇਨ ਵਾਟਰ ਜਾਂ ਫਿਰ ਰੌਕਸ, ਮਡ ਇਨ ਵਾਟਰ ਵੀ ਦੇ ਸਕਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਕੋਲਾਈਡਸ ਦੇ ਬਾਰੇ ਸਟੱਡੀ ਕਰਨੀ ਹੈ। ਤਾਂ ਦੋ ਤਰ੍ਹਾਂ ਦੇ ਕੋਲਾਈਡਸ ਹੁੰਦੇ ਨੇ, ਇੱਕ ਹੁੰਦੇ ਨੇ ਲਾਇਓਫਿਲਿਕ, ਇੱਕ ਹੁੰਦੇ ਨੇ ਲਾਇਓਫੋਬਿਕ। ਹੁਣ ਲਾਇਓਫਿਲਿਕ ਕੋਲਾਈਡਸ ਕਿਹੜੇ ਹੁੰਦੇ ਨੇ? ਲਾਇਓਫਿਲਿਕ ਕੋਲਾਈਡਸ ਹੁੰਦੇ ਨੇ ਦੀਜ਼ ਆਰ ਦ ਈਜ਼ੀਲੀ ਫਾਰਮਡ ਬਾਈ ਡਾਇਰੈਕਟ ਮਿਕਸਿੰਗ, ਦੀਜ਼ ਆਰ ਵੈਰੀ ਸਟੇਬਲ। ਲਾਇਓਫਿਲਿਕ ਮਤਲਬ ਇਲੈਕਟ੍ਰੋਨ, ਆਪਾਂ ਉਹ ਕੇਸਟ ਕੀਤਾ ਸੀ ਔਰਗੈਨਿਕ ਦੇ ਵਿੱਚ ਇਲੈਕਟ੍ਰੋਨ ਲਵਿੰਗ ਵਾਲਾ, ਬਟ ਇੱਥੇ ਲਾਇਓਫਿਲਿਕ ਮਤਲਬ ਕਿ ਡਿਸਪਰਸਡ ਫੇਜ਼ ਔਰ ਡਿਸਪਰਜਨ ਮੀਡੀਅਮ ਦੇ ਵਿੱਚ ਕਾਫੀ ਪਿਆਰ ਹੈ। ਠੀਕ ਹੈ, ਅਤੇ ਇਹ ਕੀ ਹੁੰਦੇ ਨੇ? ਸਟੇਬਲ ਹੁੰਦੇ ਨੇ ਔਰ ਉਹਨਾਂ ਨੂੰ ਡਾਇਰੈਕਟ ਮਿਕਸਿੰਗ ਦੇ ਨਾਲ ਫੋਰਮ ਕਰਿਆ ਜਾ ਸਕਦਾ। ਅਤੇ ਲਾਇਓਫੋਬਿਕ ਕਿਹੜੇ ਹੁੰਦੇ ਨੇ? ਦੀਜ਼ ਆਰ ਫੋਰਮਡ ਓਨਲੀ ਬਾਈ ਸਪੈਸ਼ਲ ਮੈਥਡ, ਦੀਜ਼ ਆਰ ਅਨਸਟੇਬਲ। ਦੇਖੋ ਲਾਇਓਫੋਬਿਕ ਮਤਲਬ ਇਹਨਾਂ ਦੇ ਵਿੱਚ ਹੇਟਰਡ ਹੋਏਗੀ, ਰਾਈਟ। ਔਰ ਜਦ ਹੇਟਰਡ ਹੁੰਦੀ ਹੈ, ਕਿਸੇ ਵਿੱਚ ਨੈਗੇਟਿਵ ਇਮੋਸ਼ਨਸ ਹੁੰਦੇ ਨੇ, ਤਾਂ ਉਹ ਕਿਆ ਹੁੰਦਾ ਹੈ? ਅਨਸਟੇਬਲ ਹੁੰਦਾ ਹੈ। ਇਸ ਤਰੀਕੇ ਨਾਲ ਤੁਸੀਂ ਯਾਦ ਕਰ ਸਕਦੇ ਹੋ। ਫਿਰ ਇੱਕ ਬਹੁਤ ਹੀ ਇੰਪੋਰਟੈਂਟ ਡੈਫੀਨੇਸ਼ਨ ਹੈ ਕੋਆਗੂਲੇਸ਼ਨ। ਕੋਆਗੂਲੇਸ਼ਨ ਕੀ ਹੁੰਦੀ ਹੈ? ਦ ਫਿਨੋਮੀਨਨ ਆਫ ਪ੍ਰੈਸਿਪੀਟੇਸ਼ਨ ਆਫ ਅ ਕੋਲਾਈਡਲ ਸੋਲਿਊਸ਼ਨ ਬਾय द एडिशन ऑफ एक्सेस ऑफ एन इलेक्ट्रोलाइट इज कॉल्ड कोआगुलेशन और फ्लोक्यूलेशन। ये बहुत इंपॉर्टेंट डेफिनेशन है। देखो क्या है? फिनोमिनन ऑफ प्रेसिपिटेशन ऑफ अ कोलाइडल सोल्यूशन। प्रेसिपिटेशन ऑफ अ कोलाइडल सोल्यूशन यानी कि कोलाइडल सोल्यूशन का एग्जाम्पल ले लो मिल्क। ठीक है, मिल्क ले लिया एग्जाम्पल। हुण जे तुसीं मिल्क तो कर्ड फॉर्म करनी है तो तुसीं क्या करोगे? कोआगुलेशन करोगे। ठीक है, तो फिनोमिनन ऑफ
the phenomenon of precipitation of a colloidal solution by the addition of excess of an electrolyte is called coagulation or flocculation। ठीक है जी। ਅੱਗੇ ਚੱਲਦੇ ਹਾਂ ਪੈਪਟਾਈਜੇਸ਼ਨ। ਹੁਣ ਜਿਹੜਾ ਆਪਾਂ ਫਰੈਸ਼ਲੀ ਪ੍ਰੀਪੇਅਰਡ precipitate बनाया है, ठीक है, the process of converting a freshly prepared precipitate into colloidal form by the addition of a suitable electrolyte। देखो ਇਹਦੇ ਵਿੱਚ डिफरेंस ਕੀ ਹੈ, ਇਸ ਦੇ ਵਿੱਚ ਆਪਾਂ ਕੀ ਕਰ ਰਹੇ ਹਾਂ, ਆਪਾਂ ਇੱਕ colloidal solution ਨੂੰ ਇੱਕ precipitate ਦੇ ਵਿੱਚ ਚੇਂਜ ਕਰ ਰਹੇ ਹਾਂ electrolyte ਨੂੰ ਐਡ ਕਰਕੇ। बट in case of peptization ਆਪਾਂ ਕੀ ਕਰਦੇ ਹਾਂ, ਇੱਕ freshly prepared precipitate ਨੂੰ ਆਪਾਂ colloidal form 'ਚ ਚੇਂਜ ਕਰਦੇ ਹਾਂ। ਠੀਕ ਹੈ, ਕੋਆਗੂਲੇਸ਼ਨ ਦੇ ਵਿੱਚ ਆਪਾਂ colloidal ਸੋਲਿਊਸ਼ਨ ਨੂੰ ਪ੍ਰੈਸੀਟੀਪੇਟ ਕਰਦੇ ਹਾਂ ਅਤੇ ਪ੍ਰੈਸੀਟੀਪੇਸ਼ਨ ਦੇ ਵਿੱਚ ਪੈਪਟਾਈਜੇਸ਼ਨ ਦੇ ਵਿੱਚ ਆਪਾਂ ਫਰੈਸ਼ਲੀ ਪ੍ਰੀਪੇਅਰਡ ਪ੍ਰੈਸੀਟੀਪੇਟ ਨੂੰ ਕੋਲਾਈਡਲ ਦੇ ਵਿੱਚ ਚੇਂਜ ਕਰਦੇ ਹਾਂ ਇਲੈਕਟ੍ਰੋਲਾਈਟ ਐਡ ਕਰਕੇ। ਠੀਕ ਹੈ, ਫਿਰ ਇਲੈਕਟ੍ਰੋਫੋਰੇਸਿਸ ਵੀ ਇੱਕ ਇੰਪੋਰਟੈਂਟ ਡੈਫੀਨੇਸ਼ਨ ਹੈ। ਦ ਮੂਵਮੈਂਟ ਆਫ ਕੋਲਾਈਡਲ ਪਾਰਟੀਕਲਸ ਇਨ ਐਨ ਇਲੈਕਟ੍ਰਿਕ ਫੀਲਡ ਇਜ਼ ਨੋਨ ਐਜ਼ ਇਲੈਕਟ੍ਰੋਫੋਰੇਸਿਸ। ਜਿਹੜੇ ਪੋਜ਼ੀਟਿਵ ਨੇ ਉਹ ਨੈਗੇਟਿਵ ਵੱਲ ਜਾਂਦੇ ਨੇ, ਨੈਗੇਟਿਵ ਵਾਲੇ ਪੋਜ਼ੀਟਿਵ ਵੱਲ ਕੀਤਾ ਹੋਏਗਾ ਤੁਸੀਂ। ਦ ਮੂਵਮੈਂਟ ਆਫ ਕੋਲਾਈਡਲ ਪਾਰਟੀਕਲਸ ਇਨ ਐਨ ਇਲੈਕਟ੍ਰਿਕ ਫੀਲਡ ਇਜ਼ ਨੋਨ ਐਜ਼ इलेक्ट्रोफोरेसिस। फिर उस तो बाद आ गया गोल्ड नंबर। इट इज़ ऑल्सो वन ऑफ द वेरी इंपॉर्टेंट डेफिनेशन। गोल्ड नंबर क्या है, द मिनिमम अमाउंट ऑफ प्रोटेक्टिव कोलाइड in milligram required to just prevent the coagulation of a given 10 ml of gold sold when 1 ml of 10% solution of sodium chloride is added to it। ਮਿਨੀਮਮ ਅਮਾਊਂਟ ਘੱਟ ਤੋਂ ਘੱਟ ਜਿੰਨੀ ਮਾਤਰਾ ਆਪਾਂ ਨੂੰ ਪ੍ਰੋਟੈਕਟਿਵ ਕੋਲਾਈਡ ਦੀ ਚਾਹੀਦੀ ਹੈ ਮਿਲੀਗ੍ਰਾਮਸ ਦੇ ਵਿੱਚ, ਤਾਂ ਕਿ ਆਪਾਂ 10 ml ਗੋਲਡ ਸੋਲ ਦੀ ਕੋਐਗੂਲੇਸ਼ਨ ਨੂੰ ਪ੍ਰੀਵੈਂਟ ਕਰ ਸਕੀਏ, ਰੋਕ ਸਕੀਏ, ਜਦ ਆਪਾਂ 1 ml ਆਫ 10% ਸੋਲਿਊਸ਼ਨ ਸੋਡੀਅਮ ਕਲੋਰਾਈਡ ਦਾ ਉਹਦੇ ਵਿੱਚ ਪਾਇਆ ਹੋਇਆ। ਇਹ ਤੁਹਾਨੂੰ ਯਾਦ ਕਰਨੀ ਪਏਗੀ, ਬਹੁਤ ਇੰਪੋਰਟੈਂਟ ਹੈ। ਹਾਰਡੀ ਸ਼ੂਜ਼ ਰੂਲ, ਇਹ ਵੀ ਬਹੁਤ ਇੰਪੋਰਟੈਂਟ ਹੈ। ਅਕੋਰਡਿੰਗ ਟੂ ਹਾਰਡੀ ਸ਼ੂਜ਼ ਰੂਲ, ਦ ਗ੍ਰੇਟਰ ਦ ਵੈਲੈਂਸੀ ਆਫ ਐਕਟਿਵ ਆਇਨਸ ਗ੍ਰੇਟਰ ਵਿਲ ਬੀ ਇਟਸ ਕੋਆਗੂਲੇਟਿੰਗ ਪਾਵਰ। ਹੁਣ ਕੋਆਗੂਲੇਸ਼ਨ ਕੀ ਸੀ, ਦ ਪ੍ਰੋਸੈਸ ਔਰ ਦ ਫਿਨੋਮੀਨਨ ਆਫ ਕਨਵਰਟਿੰਗ ਅ ਫਰੈਸ਼ਲੀ ਕੋਲਾਈਡ ਇਨਟੂ ਅ ਪ੍ਰੈਸੀਪਿਟੇਟ। ਠੀਕ ਹੈ ਜੀ, ਬਾਈ ਐਡੀਸ਼ਨ ਆਫ ਸੂਟੇਬਲ ਇਲੈਕਟ੍ਰੋਲਾਈਟ। ਦੇਖੋ ਆਪਾਂ ਰਿਵਾਈਜ਼ ਕਰ ਲਿਆ। ਹੁਣ ਆਪਾਂ ਚੱਲਦੇ ਹਾਂ ਪੈਸੇजेस ਦੇ ਉੱਪਰ। ਮੈਂ ਤੁਹਾਨੂੰ ਟਾਈਮ ਦੇ ਦਿੰਦੀ ਹਾਂ ਪੈਸੇਜ ਪੜ੍ਹਨ ਦਾ, ਤੁਸੀਂ ਪੜ੍ਹਨਾ ਚਾਹੋ ਤਾਂ ਪੜ੍ਹ ਸਕਦੇ ਹੋ, ਮੈਂ ਸਿੱਧਾ ਆਂਸਰ ਸੋਲਵ ਕਰਵਾ ਰਹੀ ਹਾਂ। ਠੀਕ ਹੈ, ਵਟ ਆਰ ਪੋਇਜ਼ਨਸ। ਪੋਇਜ਼ਨਸ ਕੀ ਹੁੰਦੇ ਨੇ, ਦ ਸਬਸਟਾਂਸ ਵਿਚ ਡਿਕਰੀਜ਼ ਦ ਐਕਟੀਵਿਟੀ ਆਫ ਅ ਕੈਟਲਿਸਟ ਆਰ ਕਾਲਡ ਪੋਇਜ਼ਨਸ। ਠੀਕ ਹੈ, ਮੇਨ 4 ਚੀਜ਼ਾਂ ਹੁੰਦੀਆਂ ਨੇ। ਦੇਖੋ ਜੀ, ਇੱਕ ਕੈਟਲਿਸਟ ਹੁੰਦੇ ਨੇ, ਪੋਇਜ਼ਨਸ ਹੁੰਦੇ ਨੇ, ਇੱਕ ਹੁੰਦੇ ਨੇ ਆਪਣੇ ਕੋਲ ਜਸਟ ਵੇਟ, ਕੈਟਲਿਸਟ, ਪੋਇਜ਼ਨ, ਪ੍ਰੋਮੋਟਰ। ਯੈਸ, ਪ੍ਰੋਮੋਟਰ ਹੁੰਦੇ ਨੇ, ਇੱਕ ਨੈਗੇਟਿਵ ਕੈਟਲਿਸਟ ਹੁੰਦੇ ਨੇ। ਇੱਕ ਕੈਟਲਿਸਟ ਦੇ ਵਿੱਚ ਇੱਕ ਪੋਜ਼ੀਟਿਵ ਅਤੇ ਨੈਗੇਟਿਵ ਹੋ ਗਿਆ, ਬਾਕੀ ਪ੍ਰੋਮੋਟਰ ਹੋ ਗਿਆ ਅਤੇ ਪੋਇਜ਼ਨ ਹੋ ਗਿਆ। ਪ੍ਰੋਮੋਟਰ ਅਤੇ ਪੋਇਜ਼ਨ ਆਪਸ ਦੇ ਵਿੱਚ ਬਿਲਕੁਲ ਉਲਟ ਕੰਮ ਕਰਦੇ ਨੇ। ਕਿਵੇਂ, ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਚਲੋ, ਵਟ ਆਰ ਪੋਇਜ਼ਨ, ਦ ਸਬਸਟਾਂਸ ਵਿਚ ਡਿਕਰੀਜ਼ ਦ ਐਕਟੀਵਿਟੀ ਆਫ ਅ ਕੈਟਲਿਸਟ ਆਰ ਕਾਲਡ ਪੋਇਜ਼ਨਸ। ਹੋ ਗਿਆ। ਹਾਊ ਮੈਨੀ ਟਾਈਪਸ ਆਫ ਕੈਟਲਿਸਟ, 2 ਟਾਈਪਸ ਆਫ ਕੈਟਲਿਸਟ which positive catalyst and negative catalyst। what are positive catalyst, which increase the speed of the reaction are called positive catalyst। what is a catalyst, catalyst ਕੀ ਹੁੰਦਾ ਹੈ, a substance which alters the rate, alters मतलब change करना chemical reaction ਦੇ rate ਨੂੰ, ਚਾਹੇ ਵਧਾ ਦੇਣਾ ਚਾਹੇ ਘਟਾ ਦੇਣਾ। ਠੀਕ ਹੈ ਨਾ, ਹੁਣ ਵਧਾ ਰਿਹਾ ਤਾਂ that is positive catalyst, and ਜੇ rate ਨੂੰ ਘਟਾ ਰਿਹਾ that is negative catalyst। without itself undergoing any change in the mass and chemical composition at the end of the reaction is called catalyst। what are promoter, promoter ਕੀ ਹੁੰਦੇ ਨੇ, the substances which enhance the activity of the catalyst are called promoters। okay, next are which type of colloids are stable in nature, this we know which type of colloids are stable, तो answer is lyophilic colloids are stable in nature। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ, ਡਿਫਾਈਨ ਲਾਇਓਫਿਲਿਕ ਕੋਲਾइड्स। ਲਾਇਓਫਿਲਿਕ ਕੋਲਾइड्स ਨੂੰ ਡਿਫਾਈਨ ਕਰੋ। ਲਾਇਓਫਿਲਿਕ ਕੋਲਾइड्स ਆਰ ਦ ਲਿਕੁਇਡ ਲਵਿੰਗ ਕੋਲਾइड्स। ਲਾਇਓ means solvent and philic means loving, so liquid loving colloids। which types of colloids undergo solvation, lyophilic। what are protective colloids, lyophilic colloids have a unique property of protecting lyophobic colloids, these are called protective colloids। ਹੁਣ ਦੇਖੋ, जब ਆਪਾਂ ਲਾਇਓਫੋबिक ਕੋਲਾइड्स ਨੂੰ ਇਲੈਕਟ੍ਰੋਲਾਈਟ ਤੋਂ ਬਚਾ ਕੇ ਰੱਖਣਾ ਹੈ ਤਾਂ ਆਪਾਂ ਲਾਇਓਫਿਲਿਕ ਕੋਲਾइड्स ਨੂੰ ਉਹਨਾਂ ਦੇ ਵਿੱਚ ਐਡ ਕਰ ਦਿੰਦੇ ਹਾਂ ਤਾਂ ਕਿ ਉਹ ਪ੍ਰੋਟੈਕਟਿਡ ਰਹਿਣ। ਠੀਕ ਹੈ, ਤਾਂ ਕਿਹੜੇ ਕੋਲਾइड ਹੁੰਦੇ ਨੇ ਪ੍ਰੋਟੈਕਟਿਵ ਕੋਲਾइड, ਲਾਇਓਫਿਲਿਕ। ਅੱਗੇ ਚੱਲਦੇ ਹਾਂ,
How protection of colloids can be done? When a lyophilic soul is added to the lyophobic soul, lyophilic particles form a layer around lyophobic particles and thus protect the latter from the electrolytes. ਹੁਣ देखो A for example ਤੁਹਾਡਾ ਲਾਇਓਫੋबिक है, ठीक है। ਇਹ क्या है? अनस्टेबल। ਹੁਣ ਆਪਾਂ ਇਹਦੇ ਵਿੱਚ ਇਲੈਕਟ੍ਰੋਲਾइट ਐਡ ਕਰਨ ਲੱਗੇ ਆ, ਪਰ ਜੇ ਆਪਾਂ ਇਹਨੂੰ ਇਲੈਕਟ੍ਰੋਲਾइट ਦੇ ਐਕਸ਼ਨ ਤੋਂ ਬਚਾ ਕੇ ਰੱਖਣਾ ਹੈ ਤਾਂ ਆਪਾਂ क्या ਕਰਾਂਗੇ, ਆਪਾਂ ਇਸ ਦੇ ਵਿੱਚ ਲਾਇਓਫਿਲਿਕ ਐਡ ਕਰ ਦਾਂਗੇ। ਲਾਇਓਫਿਲਿਕ ਆਪਾਂ ਜਦ ਇਸ ਵਿੱਚ ਐਡ ਕਰਾਂਗੇ ਤਾਂ क्या ਹੋਏਗਾ, ਇਸ ਤਰ੍ਹਾਂ ਇੱਕ ਲੇਅਰ ਬਣ ਜਾਏਗੀ। ਔਰ ਆਪਾਂ ਨੂੰ ਪਤਾ ਹੈ ਜਿਹੜੇ ਲਾਇਓਫਿਲਿਕ ਹੁੰਦੇ ਨੇ ਉਹ ਕੀ ਹੁੰਦੇ ਨੇ, ਸਟੇਬਲ ਹੁੰਦੇ ਨੇ ਨੇਚਰ ਦੇ ਵਿੱਚ। ਤਾਂ ਸਟੇਬਲ ਹੋਣਗੇ ਤਾਂ ਇਸ ਨੂੰ ਬਚਾ ਦੇਣਗੇ। ਸਮਝ ਆ ਗਈ? देखो दिस वॉज जस्ट एन एग्जाम्पल। अगे चलते हैं, वट इज एडजॉर्प्शन। ये मैं थोड़ा माइंड मैप च भी करवाया। एडजॉर्प्शन इज द फिनोमिनन ऑफ हायर कंसनट्रेशन ऑफ मॉलिक्यूलर स्पीशीज और सॉलिड्स और लिक्विड ऑन द सर्फेस दैन इन द बल्क। भी सरफेस के उपर अपने मॉलिक्यूलर स्पीशीज की मात्रा ज़्यादा है बल्क के नालों, मतलब अंदर घट है पर उपर ज़्यादा है। दिस इज नोन एज एडजॉर्प्शन। विच एडजॉर्प्शन इज नोन एज एक्टिवेटेड एडजॉर्प्शन? कैमिकल एडजॉर्प्शन। कैमिकल एडजॉर्प्शन को आप एक्टिवेटेड एडजॉर्प्शन भी कह देंगे। अगला क्वेश्चन है, गिवन कंडीशंस ऑफ टेंपरेचर विच फेवर फिजिकल एडजॉर्प्शन। फिजिकल एडजॉर्प्शन लिए किहड़ियां कंडीशंस होंदियां ने, ये तुहानूं पता होना चाहिए। लो टेंपरेचर फेवर्स फिजिकल एडजॉर्प्शन एंड सिंस इट इज एक्सोथर्मिक इन नेचर। आपां नूं लेयर चार्ट लेयर प्रिंसिपल के अकॉर्डिंग पता है, जो एक्सोथर्मिक है तो लो टेंपरेचर वो फेवर करेगी, तो एंडोथर्मिक होंगी तो फिर हाई टेंपरेचर। अगे चलते हैं, वट आर टाइप्स ऑफ एडजॉर्प्शन। एडजॉर्प्शन इज ऑफ टू टाइप्स, फिजिकल एडजॉर्प्शन एंड कैमिकल एडजॉर्प्शन। ठीक है, दो टाइप्स के होंगे ने, एक होंगे ने कैमिकल तो एक होंगे ने फिजिकल एडजॉर्प्शन। ठीक है, अगे चलते हैं, वट टाइप ऑफ फोर्सेस एग्जिस्ट इन फिजिकल एडजॉर्प्शन? तो वैंडरवाल फोर्सेस। जे जगह कैमिकल एडजॉर्प्शन के पूछ लें तो वो किहड़ियां होंदियां ने, वो तुसीं मैनूं कमेंट करके दसो। चलो अगे चलते हैं। Out of physical and chemical absorption, which one is monolayer in nature? Chemical absorption is monolayer. Okay, critical temperature TC of two gases A and B are 130 K and 130 Kelvin and 190 Kelvin. Which one is absorbed more easily? Gas B is absorbed more easily because is the critical temperature ज़्यादा है। Do physical and chemical temperature absorption vary with increase in temperature? No, physical absorption decrease regularly while chemical absorption first increases and decreases as the temperature increases. जी फिजिकल एडजॉर्प्शन है वो डिक्रीज हो जाती है जब आप टैंपरेचर में इंक्रीज करते हैं, बट कैमिकल एडजॉर्प्शन एक पर्टिकुलर पॉइंट ऑफ टाइम तक इंक्रीज हो जाती है, फिर वो भी डिक्रीज करना जोड़ा है स्टार्ट कर देंगे। अगे चलते हैं, विच सबसटेंसेस आर यूज्ड इन गैस मास्क? एनिमल चारकोल और एक्टिवेटेड चारकोल इज यूज्ड इन गैस मास्क। गिव मैथमेटिकल फॉर्म ऑफ फ्रेडलिच एडजॉर्प्शन आइसोथर्म। ये बहुत इंपॉर्टेंट है। लॉग, मैं लिख के दिखानी है थानू, लॉग just wait, yes, log x upon m is equal to log k plus 1 upon n log p। ये थानू गिवन ही होएगा आई थिंक, ऊपर नहीं दिता होया, देखो ये नहीं दिता होया तो थानू मैं ताई क्या सी भी थानू लर्न करने पैणगे। वट इज स्मॉग? स्मॉग रिप्रेजेंट सस्पेंडेड कार्बन पार्टिकल्स ऑन विच ड्रॉपलेट्स आर डिपोजिटेड। स्मॉग थानू पता ही है, सस्पेंडेड कार्बन पार्टिकल्स जिहदे उत्ते ड्रॉपलेट्स डिपोजिट हो जाते हैं। हाउ स्मॉग इज कॉज्ड? स्मॉग किवें कॉज होंदी है? इट इज कॉज्ड बाय कंबशन ऑफ पेट्रोल या फिर डीजल and also of the rice husk in the winter season. Does it have a harmful effect on the body? Yes, smoke is very harmful. The carbon particles enter our body. As a result, breathing they may cause asthma or even lung cancer. Chalo, next question. Suggest some ways to control smog. We should lay more stress on the use of CNG, that is compressed natural gas, in the vehicles in this combustion is complete. कंबशन कंप्लीट हो जाती है। जे इनकंप्लीट कंबशन होती है फिर स्मोक कॉज होती है। जे आप CNG यूज़ करांगे तो कंप्लीट कंबशन होएगी तो हार्मफुल गैसेस घट रिलीज होंगियां जिस कारण स्मोक घट कॉज होएगी। रेगुलर चेक ऑफ पोल्यूशन इन व्हीकल्स। देयर शुड बी स्ट्रिक्ट बैन ऑन बर्निंग राइस हस्क, रैग्स एक्सेट्रा। हैवी फाइन मस्ट बी इम्पोज्ड
ऑन द डिफॉल्टर्स। फाइन लावांगे आप ही राइस खस्क ਆਪਾਂ जब खेतों के विच अग वगैरह लग जाती होंगी है ना, जो वेस्ट होंगे मटीरियल, तो वो नाल भी काफ़ी स्मोक कोज होंगी है। Next question is, what factors affect smoke? Factories, an increasing number of cars, burning coals and wood and other solid fuels, and in stoves affect. ठीक है, okay. Next is, what is the chemical formula of alum? Alum ਨੂੰ ਆਪਾਂ potash alum भी कह ਲੈਂਦੇ ਹਾਂ। It is a double salt with the formula K2SO4Al24.24H2O। देखो ਇਹ ਵੀ ਤੁਹਾਨੂੰ ਇਹਦੇ ਵਿੱਚ नहीं ਦਿੱਤਾ ਹੋਇਆ, ਇਹ वाला पैसेज है, ਇਹਦੇ क्वेश्चन ਆਪਾਂ कर रहे हैं, आ पैसेज है। ठीक है, ਹੁਣ ਇਹਦੇ ਵਿੱਚ ਤੁਹਾਨੂੰ पोटाश एलम का सिर्फ नेम आया होया, वो भी एलम लिखा होया, बट ਇਹਦਾ फॉर्मूला देखो ये ਤੁਹਾਨੂੰ पता होना चाहिए, ये ਤਾਂ ही पता होएगा ना चैप्टर पढ़िया होएगा तो ये याद कर लियो K2SO4Al2SO4 thrice.24H2O। Which concept of colloidal solution is used here? The concept of coagulation is used here। जो तुसीं पढ़ोगे थानू पता चलेगा कि coagulation का concept use होया है। How does alum stop bleeding? Hemoglobin protein in blood consists of positively charged particle। इत्थे charge आएगा, charged colloidal particle SO4 negative ions made available by potash alum neutralize their charge and they get coagulated। as a result blood becomes thick and bleeding stops। ਹੁਣ ਆਪਾਂ ਨੂੰ पता है कि blood भी की है अपना एक colloidal solution है, तो coagulation की हुंदी है अपने colloidal solution ਨੂੰ precipitate करन दी एक फिनोमिनन होंदी है। ठीक है, तो जब आपां पोटाश एलम ऐड करते हैं तो न्यूट्र ਉਹਦਾ ਜਿਹੜਾ चार्ज ਹੁੰਦਾ है वो ब्लड के चार्ज ਨੂੰ न्यूट्रलाइज कर दिंदा है, तो ਜਿਹੜਾ ब्लड है कोआगुलेट हो जाता है, मतलब जम जाता है, इकट्ठा हो जाता है, तो जिस कारण ब्लीडिंग स्टॉप हो जाती है। कैन यू सजेस्ट अनदर सबसटेंस in place of alum? फेरिक क्लोराइड कैन ऑल्सो बी यूज्ड इंस्टेड ऑफ एलम। फेरिक क्लोराइड यूज कर सकते हैं आपां, ये नाम याद रख लो, फेरिक क्लोराइड। अगे चलते हैं, हाउ डज एलम हेल्प इन प्योरीफाइंग ड्रिंकिंग वाटर? ड्रिंकिंग वाटर हैज सस्पेंडेड मड पार्टिकल्स विच आर कोलाइडल ऑफ कोलाइडल नेचर। कहते एलम प्योरीफाई करन दे विच किवें हेल्प करदा ड्रिंकिंग वाटर नूं? कहते ड्रिंकिंग वाटर दे विच अपने कोल की हुंदे ने सस्पेंडेड मड पार्टिकल होंगे ने, जोड़ा जिन्हों का नेचर की होंगे कोलाइडल। चार्ज आयन जोड़े एलम रिलीज करते न्यूट्रलाइज कर देंगे उसके चार्ज में, तो कोआगुलेट हो जाते हैं तो सैटल हो जाते हैं बॉटम के, जिस कारण वी कैन यूज इट एज अ प्योरीफायर फॉर ड्रिंकिंग वाटर। हाउ मेनी टाइप्स ऑफ adsorption of gases on solids are there? 2। what kinds of forces exist in physical adsorption? कितना या weak van der Waals forces। what kind of forces exist in chemical adsorption? chemical covalent और ionic bonds। देखो ये मैं तुहानू कमेंट सैक्शन के आंसर करने दस्सिया सी, बट आई गया, बट फिर भी तुसीं जे आंसर करता तो वेरी गुड। फिजिकल एडजॉर्प्शन इनवॉल्व्स डैश एनर्जी ऑफ एक्टिवेशन, लो एक्टिवेशन एनर्जी। केमिकल एडजॉर्प्शन इनवॉल्व्स हाई एक्टिवेशन एनर्जी। सिंपल सी। अगे चलते हैं, वॉट इज इमल्शन? देखो एक ना टेबल बनया हुआ है, इमल्शन की होंगे, जैल की होंगे, सोल की होंगे, दैट इज एक्सट्रीमली इंपॉर्टेंट, तो जरूर करो। वॉट इज इमल्शन? और वो टेबल कितने बनया हुआ है? NCERT के विच बनया हुआ है। डोंट फॉरगेट NCERT, NCERT इज द मोस्ट इंपॉर्टेंट। चलो